अपनी बोलबाड़ी करके विवादां दे विच रहण वाली पंजाब दे कैबिनेट मंत्री भारत भूषण आशू एक बार फिर विवादां विच ने। देखो ਜਿਹੜੇ ਰਾਜਨੀਤਿਕ ਲੋਕ ਹੁੰਦੇ ਆ ਜਦੋਂ ਉਹਨਾਂ ਦੇ ਹੱਥ ਵਸ ਕੁਝ ਨਹੀਂ ਰਹਿ ਜਾਂਦਾ ਜਾਂ ਕਹਿ ਲਓ ਉਹਨਾਂ ਦਾ ਟੈਂਪਰਾਮੈਂਟ ਹਾਈ ਹੋ ਜਾਂਦਾ, ਗੱਲ ਕੋਈ ਹੋਰ ਹੁੰਦੀ ਆ ਤੇ ਉਹ ਆਪਣੀ ਗਾਜ ਕਿਸੇ ਹੋਰ ਉੱਤੇ ਗੇਰ ਦਿੰਦੇ ਨੇ। और अपने कमरिਆਂ ਦੇ ਵਿੱਚ ਬੈਠ ਕੇ ਸਕੱਤਰੇਤ ਦੇ ਵਿੱਚ ਆਪਣੇ ਦਫ਼ਤਰ ਦੇ ਵਿੱਚ ਬੈਠ ਕੇ ਮੰਤਰੀ ਸਾਹਿਬ ਹੋ ਸਕਦਾ ਹੈ ਕਿ ਮੁਲਾਜ਼ਮਾਂ ਦੇ ਨਾਲ ਉੱਚਾ ਨੀਵਾਂ ਬੋਲ ਜਾਣ, ਪਰ ਜੇ ਕਦੇ ਰੱਬ ਨਾ ਕਰੇ ਉਹ ਲੋਕ ਜਿਨ੍ਹਾਂ ਨੇ ਇਹਨਾਂ ਨੂੰ ਚੁਣ ਕੇ ਇਸ ਕਾਬਲ ਬਣਾਇਆ ਹੈ, ਜੇ ਉਹ ਉੱਚਾ ਨੀਵਾਂ ਬੋਲਣ ਲੱਗੇ ਤਾਂ ਮੰਤਰੀ ਸਾਹਿਬ ਨੂੰ ਭੱਜਿਆਂ ਨੂੰ ਰਾਹ ਨਹੀਂ ਲੱਭਣੀ। ਕੈਪਟਨ ਸਰਕਾਰ ਤੋਂ ਆਜੋ 4 ਸਾਲ ਹੋ ਗਏ, 16 ਦੇ ਵਿੱਚ ਸਾਡਾ ਪੇ ਕਮਿਸ਼ਨ ਜਿਹੜਾ ਡਿਊ ਹੋ ਗਿਆ, ਡੀਏ ਦੀਆਂ ਕਿਸ਼ਤਾਂ ਤੁਸੀਂ ਸਾਡੀਆਂ ਦੱਬੀ ਬੈਠੇ ਹੋ, ਏਰੀਅਰ ਤੁਸੀਂ ਦੱਬੀ ਬੈਠੇ ਹੋ, ਆਪ ਤੁਸੀਂ 7-7 ਪੈਨਸ਼ਨਾਂ ਲੈਂਦੇ ਹੋ, ਨਾਲ ਤਨਖਾਹ ਵੀ ਲੈਂਦੇ ਹੋ। ਜੇ ਤੁਸੀਂ 2 ਵਾਰ ਐਮਐਲਏ ਬਣ ਗਏ, ਤੁਹਾਡੇ ਖਰਚ ਵੱਧ ਗਏ ਜਾਂ ਢਿੱਡ ਵੱਡਾ ਹੋ ਗਿਆ। ਜੇ ਤੁਹਾਡਾ ਢਿੱਡ ਵੱਡਾ ਹੋ ਗਿਆ ਤਾਂ ਡਾਕਟਰ ਨੂੰ ਦਿਖਾਓ, ਉਹਦਾ ਇਲਾਜ ਕਰਾਓ। ਉਹਦਾ ਇਲਾਜ ਇਹ ਤਾਂ ਨਹੀਂ 2 ਪੈਨਸ਼ਨਾਂ ਲਓ। ਤੁਸੀਂ 7 ਵਾਰੀ ਐਮਐਲਏ ਬਣੇ ਤਾਂ 7 ਵਾਰੀ ਪੈਨਸ਼ਨਾਂ ਲੈ ਲੇ। ਹੋ ਸਕਦਾ ਹੈ ਕਿ ਅਗਲੇ ਵਾਰ ਮੈਨੀਫੈਸਟੋ ਵਿੱਚ ਜਿਹੜੀ ਲਾਈਨ ਹੈਗੀ ਹੈ 2017 ਜਿਵੇਂ ਸੀ ਘਰ ਘਰ ਰੋਜ਼ਗਾਰ, ਉਹ ਬਦਲ ਕੇ ਲਿਖਣ ਘਰ ਘਰ ਤੋਂ ਖੋਵਾਂਗੇ ਰੋਜ਼ਗਾਰ। ਬਿਲਕੁਲ ਸਹੀ ਗੱਲ ਆ, ਚਾਹੀਦਾ ਹੀ ਇਹੀ ਹੈ। ਲੋਕਾਂ ਨੂੰ ਸਮਝ ਲੈਣਾ ਚਾਹੀਦਾ ਜੋ ਗੱਲ ਤੁਸੀਂ ਕਹੀ ਆ। ਇਹ ਅਮਰਿੰਦਰ ਸਿੰਘ ਐਂਡ ਗਵਰਨਮੈਂਟ ਕਹਿ ਰਹੀ ਆ ਕਿ ਇਹ ਕਾਲੇ ਕਾਨੂੰਨ ਅਸੀਂ ਲਾਗੂ ਨਹੀਂ ਕਰਨਾ, ਚਾਹੇ ਉਹ ਪਹਿਲਾਂ ਹੀ ਕਰ ਚੁੱਕੇ ਆ ਜਾਂ ਇਹਨਾਂ ਦੇ ਹੱਕ 'ਚ ਬੋਲ ਚੁੱਕੇ ਆ, ਪਰ ਉੱਥੇ ਹੀ ਸੈਂਟਰ ਦੇ ਬਾਕੀ ਕਾਨੂੰਨ ਲਾਗੂ ਕਰ ਬੈਠੇ ਆ। अपनी बोलबाड़ी करके विवादां दे विच रहण वाली पंजाब दे कैबिनेट मंत्री भारत भूषण आशू एक बार फिर विवादां विच ने। द खबरसर चैनल देख रहे सारे ही दर्शकों का स्वागत है। मैं हाँ तुहाडे नाल ठाकुर अमनदीप सिंह। पहला DSP बलविंदर सेखों दे नाल तू तड़ाक हुई ते हुण गल मुलाजमां ते आ गई है। वो मुलाजम जो सकत्तरेत दे विच काम करदे ने। साडे नाल कुछ मुलाजम मौजूद ने, गलबात करांगे। सुखचैन सिंह खैरा जी मौजूद ने, मनदीप जी मौजूद ने ते एक होर साडे साथी मौजूद ने। सुखचैन जी कहंदे पुराने जिहड़े सरकारी मुलाजम ने ਉਹ ਨਵਿਆਂ ਨੂੰ ਖਰਾਬ ਕਰੀ ਜਾਂਦੇ ਨੇ। ਦੇਖੋ ਜਿਹੜੇ ਰਾਜਨੀਤਿਕ ਲੋਕ ਹੁੰਦੇ ਆ ਜਦੋਂ ਉਹਨਾਂ ਦੇ ਹੱਥ ਵਸ ਕੁਝ ਨਹੀਂ ਰਹਿ ਜਾਂਦਾ ਜਾਂ ਕਹਿ ਲਓ ਉਹਨਾਂ ਦਾ ਟੈਂਪਰਾਮੈਂਟ ਹਾਈ ਹੋ ਜਾਂਦਾ, ਗੱਲ ਕੋਈ ਹੋਰ ਹੁੰਦੀ ਆ ਤੇ ਉਹ ਆਪਣੀ ਗਾਜ ਕਿਸੇ ਹੋਰ ਉੱਤੇ ਗੇਰ ਦਿੰਦੇ ਨੇ। ਸੋ ਜਿਹੜੀ ਗੱਲ ਤੁਸੀਂ ਕੀਤੀ, ਸਾਡਾ ਤਾਂ ਏਕਾ ਜਿਵੇਂ ਆ ਤੁਸੀਂ ਕਿਹਾ, ਸਾਥੀ ਸਾਡੇ ਨਾਲ ਖੜੇ ਨੇ, ਇਹ ਵੀ ਨਵੇਂ ਨੇ। ਵੱਡੀ ਗਿਣਤੀ ਦੇ ਵਿੱਚ ਜਿਹੜੇ NPS ਵਾਲੇ ਮੁਲਾਜ਼ਮ 2004 ਤੋਂ ਬਾਅਦ ਭਰਤੀ, ਉਹ ਵੀ ਸਰਕਾਰ ਦੇ ਵਿਰੁੱਧ ਲੜਾਈ ਲੜ ਰਹੇ ਨੇ। ਜਿਹੜੀ ਸਰਕਾਰ ਹੈ ਉਹ ਸਾਰਿਆਂ ਦਾ ਹੀ ਜਿਹੜਾ ਸ਼ੋਸ਼ਣ ਕਰਨ ਤੇ ਤੁਲੀ ਹੋਈ ਹੈ, ਸਮਾਜ ਦੇ ਹਰ ਵਰਗ ਦਾ ਸ਼ੋਸ਼ਣ ਕਰਨ 'ਚ ਤੁਰੀ ਹੋਈ ਹੈ। ਜਿਹੜੇ ਮੁਲਾਜ਼ਮਾਂ ਨੂੰ 2 ਜਿਹੜੇ ਹਿੱਸਿਆਂ 'ਚ ਵੰਡਣ ਦੀ ਗੱਲ ਤੁਸੀਂ ਕੀਤੀ ਹੈ, ਇਹੋ ਜੀ ਕੋਈ ਗੱਲ ਨਹੀਂ ਗੀ। ਮੁਲਾਜ਼ਮ ਤੇ ਮੁਲਾਜ਼ਮ ਆ, ਉਹ ਤੰਗ ਆ, ਪਰ ਇਹ ਜਿਹੜੀਆਂ ਕੋਝੀਆਂ ਹਰਕਤਾਂ ਸਾਡੇ ਪੋਲੀਟੀਕਲ ਲੋਕ ਕਰਦੇ, ਉਹਨਾਂ ਨੂੰ ਨਹੀਂ ਕਰਨੀਆਂ ਚਾਹੀਦੀਆਂ। ਇਹ ਗੱਲ ਤੁਰੀ ਕਿੱਥੋਂ ਸੀ? ਭਾਰਤ ਭੂਸ਼ਣ ਆਸ਼ੂ ਜੀ ਨੂੰ ਇਹ ਗੱਲ ਕਹਿਣ ਦੀ ਨੌਬਤ ਕੀ ਪਈ ਬਈ ਜਿਹੜੇ ਪੁਰਾਣੇ ਸਰਕਾਰੀ ਮੁਲਾਜ਼ਮ ਨੇ ਨਵਿਆਂ ਨੂੰ ਖਰਾਬ ਕਰੀ ਜਾਂਦੇ ਨੇ? ਗੱਲ ਇਸ ਤਰ੍ਹਾਂ ਹੋਈ ਠਾਕੁਰ ਜੀ ਵੀ ਕੱਲ੍ਹ ਅਸੀਂ ਸਾਰਿਆਂ ਨੂੰ ਸਟੇਟ ਪੱਧਰ 'ਤੇ ਇੱਕ ਕਾਲ ਸੀਗੀ ਮੰਗ ਪੱਤਰ ਤੋਂ, ਜਿੰਨੇ ਵੀ ਮੰਤਰੀ ਸਾਹਿਬਾਨ ਹੈਗੇ ਆਪਣੀਆਂ ਮੰਗਾਂ ਲਈ। ਬੜਾ ਵੱਡੀ ਤਾਦਾਦ ਦੇ ਵਿੱਚ 200-300 ਦੇ ਕਰੀਬ ਜਿਹੜੇ ਆ ਅਸੀਂ ਸਾਥੀ ਗਏ ਸੀਗੇ, ਸਾਰੇ ਮੰਤਰੀਆਂ ਨੂੰ ਜਾ ਰਹੇ ਸੀਗੇ, ਮੰਗ ਪੱਤਰ ਦੇ ਰਹੇ ਸੀ। ਇਹਨਾਂ ਨਾਲ ਕਿਸੇ ਸਾਥੀ ਦੀ ਕਿਸੇ ਗੱਲ ਪਿੱਛੇ ਇਹਨਾਂ ਨਾਲ ਕਾਫੀ ਜਿਹੜੀ ਆ ਬਹਿਸ ਮੁਬਾਸਾ ਹੋ ਗਿਆ ਵੀ ਇਸ ਤਰ੍ਹਾਂ ਜਿਹੜੀ ਆ ਮੇਰੇ ਵੱਲੋਂ ਵੀ ਕਿਹਾ ਗਿਆ ਕਿ ਜਿਹੜੀ ਕਾਂਗਰਸ ਸਰਕਾਰ ਆ ਹੁਣ ਇਲੈਕਸ਼ਨ ਈਅਰ ਦੇ ਵਿੱਚ ਹੋਣ ਕਰਕੇ ਕੁਝ ਦੇਣਾ ਬਣਦਾ ਸੀ, ਪਰ ਤੁਸੀਂ ਦੇ ਨਹੀਂ ਰਹੇ। ਅਸੀਂ ਤੁਹਾਡਾ ਜਿਹੜਾ ਜੇ ਤੁਸੀਂ ਨਹੀਂ ਕੁਝ ਦਿੰਦੇ, ਅਸੀਂ ਆਉਣ ਵਾਲੀ MC ਇਲੈਕਸ਼ਨ ਦੇ ਵਿੱਚ ਜਿਹੜਾ ਵਾ ਤੁਹਾਡੇ ਵਿਰੁੱਧ ਪ੍ਰਚਾਰ ਕਰਨਾ ਪਏਗਾ। ਸ਼ਾਇਦ ਉਹ ਇਸ ਗੱਲ ਤੋਂ ਵੀ ਚਿੜ ਗਏ ਹੋਣ। ਹੋਰ ਵੀ 1-2 ਸਾਥੀ ਨੇ ਇਹੋ ਜਿਹੀਆਂ ਗੱਲਾਂ ਕੀਤੀਆਂ ਜਿਸ ਕਰਕੇ ਉਹ ਸਿੱਧਾ ਇਸ ਗੱਲ ਤੇ ਆ ਗਏ ਕਿ ਨਹੀਂ ਮੁਲਾਜ਼ਮ ਕੰਮ ਨਹੀਂ ਕਰਦੇ ਜਾਂ ਜਿਹੜੇ ਉਹ ਨਵੇਂ ਮੁਲਾਜ਼ਮ ਆ ਪੁਰਾਣਿਆਂ ਨੂੰ ਕਰਦੇ ਆ। ਉੱਤੇ ਕੁਝ ਇਹੋ ਜਿਹਾ ਮਾਹੌਲ ਬਣ ਗਿਆ ਕਿ ਸਾਥੀ ਕਹਿੰਦੇ ਵੀ ਇਹਨਾਂ ਦਾ ਬਾਈਕਾਟ ਕਰੋ, ਅਸੀਂ ਜਿਹੜਾ ਵਾ ਮੰਗ ਪੱਤਰ ਨਹੀਂ ਦੇਣਾ, ਅਸੀਂ ਵਾਪਸ ਚਲ ਗਏ। ਪਰੰਤੂ ਬਾਅਦ ਵਿੱਚ ਉਹਨਾਂ ਦੇ PA ਸਾਹਿਬਾਨ ਦਾ ਫੋਨ ਵੀ ਆਇਆ, ਉਹਨਾਂ ਨੇ ਗੱਲ ਵੀ ਕੀਤੀ ਕਿ ਮੰਤਰੀ ਸਾਹਿਬ ਨੇ ਕਿਹਾ ਵੀ ਉਸ ਸਮੇਂ ਥੋੜ੍ਹਾ ਜਿਹਾ ਹਾਈਪਰ ਹੋ ਗਏ ਸੀਗੇ, ਲੇਕਿਨ ਮੈਂ ਅੱਗੇ ਵੀ ਉਹਨਾਂ ਦੀ ਬਹੁਤ ਵਾਰ ਮਦਦ ਕੀਤੀ ਆ। ਮੇਰਾ ਨਾਮ ਲੈ ਕੇ ਉਹਨਾਂ ਨੇ ਕਿਹਾ ਵੀ ਖੈਰਾ ਅੱਗੇ ਵੀ ਆਇਆ, ਉਹਨਾਂ ਨੇ ਕਲਾਸ 4 ਦੇ ਕੰਮ ਕਰਵਾਏ ਆ ਮੇਰੇ ਕੋਲੋਂ, ਮੈਂ ਕੀਤੇ ਆ। ਤੇ ਹੁਣ ਖੈਰੇ ਨੂੰ ਕੀ ਗੱਲ ਹੋ ਗਈ? ਨਹੀਂ ਕੰਮ ਕੀਤੇ ਆ ਤਾਂ ਕੋਈ ਅਹਿਸਾਨ ਕੀਤਾ, ਉਹ ਤਾਂ ਕੰਮ ਕਰਨ ਨੂੰ ਹੀ ਤਾਂ ਬੈਠੇ ਨੇ ਉੱਥੇ। ਬਿਲਕੁਲ ਸਹੀ ਗੱਲ ਆ, ਮੁਲਾਜ਼ਮਾਂ ਦੇ ਕੰਮ ਕੀਤੇ ਆ, ਕਰਨੇ ਬਣਦੇ ਵੀ ਆ, ਕਿਉਂਕਿ ਅਸੀਂ ਚੁਣਿਆ ਹੀ ਕੰਮ ਕਰਨ ਨੂੰ ਆ।
ਤੇ ਜੇ ਕੰਮ ਕਰਨ ਨੂੰ ਚੁਣਿਆ ਤੇ ਕੰਮ ਉਹਨਾਂ ਨੂੰ ਕਰਨੇ ਹੀ ਪੈਣੇ ਆ। ਪਰੰਤੂ ਉਹਨਾਂ ਵੱਲੋਂ ਇਹ ਆਫਰ ਕੀਤਾ ਗਿਆ ਕਿ ਮੇਰੇ ਨਾਲ ਆ ਕੇ ਬੈਠੋ, ਆਪਾਂ ਚਾਹ ਪਾਣੀ ਪੀਨੇ, ਜਿਹੜੀਆਂ ਤੁਹਾਡੀਆਂ ਗੱਲਾਂ, ਜਿਹੜੀਆਂ ਤੁਹਾਡੀਆਂ ਮੰਗਾਂ, ਉਹਨਾਂ ਨੂੰ ਮੈਂ ਉੱਪਰਲੇ ਲੈਵਲ ਤੱਕ ਸੀਐਮ ਸਾਹਿਬ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗਾ। ਮਤਲਬ ਉਹਨਾਂ ਨੂੰ ਇਹ ਬਾਤ ਅਹਿਸਾਸ ਹੋ ਗਿਆ ਕਿ ਮੈਂ ਮਾੜਾ ਚੰਗਾ ਬੋਲ ਗਿਆ, ਉੱਚਾ ਨੀਵਾਂ ਬੋਲ ਗਿਆ। ਬਿਲਕੁਲ ਜੀ, ਇਹ ਅਹਿਸਾਸ ਹੋਣਾ ਵੀ ਚਾਹੀਦਾ, ਕਿਉਂਕਿ ਉਹ ਪਬਲਿਕ ਨੂੰ ਰਿਪਰੈਜ਼ੈਂਟ ਕਰ ਰਹੇ ਨੇ ਤੇ ਪਬਲਿਕ ਰਿਪਰੈਜ਼ੈਂਟੇਟਿਵ ਹੋਣ ਦੇ ਕਾਰਨ ਉਹਨਾਂ ਨੂੰ ਇਵੇਂ ਮੇਰੇ ਹਿਸਾਬ ਨਾਲ ਨਹੀਂ ਬੋਲਣਾ ਚਾਹੀਦਾ, ਕਿਉਂਕਿ ਜਿਹੜੇ ਲੋਕਾਂ ਨੇ ਉਹਨਾਂ ਨੂੰ ਵਜ਼ਾਰਤ ਦੇ ਵਿੱਚ ਲਿਆਂਦਾ ਤੇ ਹੋ ਸਕਦਾ ਕਈ ਵਾਰ ਉਹ ਗਰਮ ਹੋ ਜਾਣ, ਪਰ ਮੰਤਰੀ ਸਾਹਿਬਾਨਾਂ ਦੀ ਜਿਹੜੀ ਆਪਣੀ ਇੱਕ ਜ਼ਿੰਮੇਵਾਰੀ ਬਣਦੀ ਆ ਕਿ ਉਹ ਆਪਣੇ ਆਪ ਨੂੰ ਸ਼ਾਂਤ ਰੱਖਣ, ਕਿਉਂਕਿ ਲੀਡਰ ਹੀ ਤਾਂ ਬਣਦਾ ਜੇ ਆਪਣੇ ਆਪ ਨੂੰ ਸ਼ਾਂਤ ਰੱਖੋਗੇ। ਬਿਲਕੁਲ, ਆਪਣੇ ਕਮਰਿਆਂ ਦੇ ਵਿੱਚ ਬੈਠ ਕੇ, ਸਕੱਤਰੇਤ ਦੇ ਵਿੱਚ, ਆਪਣੇ ਦਫ਼ਤਰ ਦੇ ਵਿੱਚ ਬੈਠ ਕੇ ਮੰਤਰੀ ਸਾਹਿਬ ਹੋ ਸਕਦਾ ਹੈ ਕਿ ਮੁਲਾਜ਼ਮਾਂ ਦੇ ਨਾਲ ਉੱਚਾ ਨੀਵਾਂ ਬੋਲ ਜਾਣ, ਪਰ ਜੇ ਕਦੇ ਰੱਬ ਨਾ ਕਰੇ ਉਹ ਲੋਕ ਜਿਨ੍ਹਾਂ ਨੇ ਇਹਨਾਂ ਨੂੰ ਚੁਣ ਕੇ ਇਸ ਕਾਬਲ ਬਣਾਇਆ ਹੈ, ਜੇ ਉਹ ਉੱਚਾ ਨੀਵਾਂ ਬੋਲਣ ਲੱਗੇ ਤਾਂ ਮੰਤਰੀ ਸਾਹਿਬ ਨੂੰ ਭੱਜਿਆਂ ਨੂੰ ਰਾਹ ਨਹੀਂ ਲੱਭਣੇ। ਇਹ ਲੋਕਤੰਤਰ ਹੈ। ਖਹਿਰਾ ਸਾਹਿਬ, ਕੱਲ੍ਹ ਇਕੱਠ ਬਹੁਤ ਹੋਇਆ ਸੀ ਸਕੱਤਰੇਤ ਮੁਲਾਜ਼ਮਾਂ ਦਾ, ਇੱਕ ਬਹੁਤ ਵੱਡਾ ਮੈਂ ਕਹਾਂਗਾ ਇਕੱਠ ਦੇਖਣ ਨੂੰ ਮਿਲਿਆ। ਕੀ ਕਾਰਨ ਮੁਲਾਜ਼ਮਾਂ ਨੂੰ ਫਿਰ ਲਾਮਬੰਦ ਹੋਣਾ ਪਿਆ? ਦੇਖੋ, ਜਦੋਂ ਕੋਈ ਵੀ ਸਮਾਜ ਦੇ ਵਿੱਚ ਘਟਨਾ ਘਟਦੀ ਤਾਂ ਉਸ ਦਾ ਅਸਰ ਸਾਰੇ ਸਮਾਜ ਤੇ ਪੈਂਦਾ। ਅੱਜ ਜਿਸ ਤਰ੍ਹਾਂ ਦਾ ਰੋਹ ਕਿਸਾਨਾਂ ਦੇ ਵਿੱਚ ਜਾਗਿਆ ਹੋਇਆ ਤੇ ਮੋਦੀ ਸਰਕਾਰ ਦੇ ਵਿਰੁੱਧ ਸਾਰੇ ਹੀ ਆਮ ਲੋਕ ਜਿਹੜੇ ਆ ਉਹ ਐਂਟੀ ਹੋ ਗਏ, ਚਾਹੇ ਉਹ ਮੁਲਾਜ਼ਮ ਹੋਣ, ਚਾਹੇ ਉਹ ਮਜ਼ਦੂਰ ਹੋਣ, ਚਾਹੇ ਕਿਸਾਨ ਹੋਣ। ਹੁਣ ਜਦੋਂ ਲੋਕਾਂ ਨੇ ਦੇਖਿਆ ਤੇ ਇਹਨੂੰ ਕੰਪੇਅਰ ਕੀਤਾ ਕਿ ਪੰਜਾਬ ਗੌਰਮੈਂਟ ਜਿਹੜੀ ਕੈਪਟਨ ਗੌਰਮੈਂਟ ਆ ਉਹ ਵੀ ਕਿਤੇ ਮੋਦੀ ਸਰਕਾਰ ਤੋਂ ਘੱਟ ਨਹੀਂ। ਜਿਵੇਂ ਮੋਦੀ ਸਰਕਾਰ ਹੱਟ ਤੇ ਅੜੀ ਹੋਈ ਆ ਕਿ ਅਸੀਂ 3 ਕਾਨੂੰਨ ਵਾਪਸ ਨਹੀਂ ਲੈਣੇ, ਜਿਨ੍ਹਾਂ ਨੂੰ ਤੁਸੀਂ ਫਾਇਦੇ ਗਿਣਾ ਰਹੇ ਹੋ ਉਹ ਕਹਿੰਦੇ ਸਾਨੂੰ ਚਾਹੀਦੇ ਨਹੀਂਗੇ। ਲੋਕਤੰਤਰ ਕਹਿੰਦਾ ਲੋਕਾਂ ਲਈ ਆ, ਲੋਕਾਂ ਵੱਲੋਂ ਆ, ਲੋਕਾਂ ਦੇ ਹਿੱਤ ਲਈ ਆ। ਲੋਕ ਕਹਿੰਦੇ ਸਾਡੇ ਹਿੱਤ 'ਚ ਨਹੀਂ ਆ। ਜਦੋਂ ਲੋਕ ਜਿਨ੍ਹਾਂ ਨੇ ਤੁਹਾਨੂੰ ਚੁਣਿਆ ਉਹ ਕਹਿੰਦੇ ਸਾਡੇ ਹਿੱਤ 'ਚ, ਤੁਸੀਂ ਜ਼ਬਰਦਸਤੀ ਕਿਉਂ ਦੇ ਰਹੇ? ਇਹੀ ਕਾਰਨ ਦੂਜੀ ਸਾਈਡ ਤੇ ਕੈਪਟਨ ਸਰਕਾਰ ਤੋਂ ਆ ਜਾਓ। 4 ਸਾਲ ਹੋ ਗਏ, 16 ਦੇ ਵਿੱਚ ਸਾਡਾ ਪੇ ਕਮਿਸ਼ਨ ਜਿਹੜਾ ਡਿਊ ਹੋ ਗਿਆ, ਡੀਏ ਦੀਆਂ ਕਿਸ਼ਤਾਂ ਤੁਸੀਂ ਸਾਡੀਆਂ ਦੱਬੀ ਬੈਠੇ ਹੋ, ਏਰੀਅਰ ਤੁਸੀਂ ਦੱਬੀ ਬੈਠੇ ਹੋ, ਆਪ ਤੁਸੀਂ 7-7 ਪੈਨਸ਼ਨਾਂ ਲੈਂਦੇ ਹੋ, ਨਾਲ ਤਨਖਾਹ ਵੀ ਲੈਂਦੇ ਹੋ। ਕਿਹੜੇ ਕਾਨੂੰਨ 'ਚ ਲਿਖਿਆ ਕਿ ਤੁਸੀਂ ਜਿਹੜੀ ਆ ਤਨਖਾਹ ਦੇ ਨਾਲ ਪੈਨਸ਼ਨ ਲਓ? ਪੈਨਸ਼ਨ ਦਾ ਮਤਲਬ ਹੀ ਇਹ ਹੁੰਦਾ ਜਦੋਂ ਤਨਖਾਹ ਬੰਦ ਹੋ ਜਾਏ ਤੇ ਤੁਹਾਡਾ ਬੁਢਾਪੇ ਨੂੰ ਸੁਰੱਖਿਅਤ ਕਰਨ ਲਈ, ਆਪਣਾ ਪੇਟ ਪਾਲਣ ਲਈ ਉਹਦੇ ਇਵਜ਼ ਦੇ ਵਿੱਚ ਕੁਛ ਦਿੱਤਾ ਜਾਵੇ, ਉਹਨੂੰ ਪੈਨਸ਼ਨ ਕਿਹਾ ਜਾਂਦਾ ਜੇ ਸਿੱਧੀ ਜੀ ਡੈਫੀਨੇਸ਼ਨ ਦੇਖੀ ਜਾਵੇ। ਹੁਣ ਜੇ ਇੱਕ ਵਾਰੀ ਐਮਐਲਏ ਬਣ ਗਿਆ, ਦੂਜੀ ਵਾਰ ਬਣਿਆ, ਇੱਕ ਪੈਨਸ਼ਨ ਵੀ ਨਾਲ ਲੈਣੀ ਹੈ। ਤਨਖਾਹ ਕਿਉਂ ਲੈਣੀ? ਤਾਂ ਤੁਹਾਨੂੰ ਤਨਖਾਹ ਮਿਲ ਰਹੀ ਹੈ, ਫਿਰ ਪੈਨਸ਼ਨ ਕਿਉਂ ਲੈ ਰਹੇ ਹੋ? ਬਈ ਪੈਨਸ਼ਨ ਦਾ ਮਤਲਬ ਹੀ ਖਤਮ ਹੋ ਗਿਆ, ਉਦੋਂ ਤੁਸੀਂ ਤਨਖਾਹ ਲੈ ਰਹੇ ਹੋ। ਇਹਦਾ ਮਤਲਬ ਪੈਨਸ਼ਨ ਉਦੋਂ ਹੋਊਗੀ ਜਿੱਦਣ ਤਨਖਾਹ ਬੰਦ ਹੋਊਗੀ। ਫਿਰ ਕਿਤੇ ਵੀ ਇਹ ਨਹੀਂ ਹੁੰਦਾ ਵੀ ਤੁਸੀਂ 2 ਪੈਨਸ਼ਨ, ਜੇ ਤੁਸੀਂ 2 ਵਾਰ ਐਮਐਲਏ ਬਣ ਗਏ ਤੁਹਾਡੇ ਖਰਚ ਵੱਧ ਗਏ ਜਾਂ ਢਿੱਡ ਵੱਡਾ ਹੋ ਗਿਆ। ਜੇ ਤੁਹਾਡਾ ਢਿੱਡ ਵੱਡਾ ਹੋ ਗਿਆ ਤਾਂ ਡਾਕਟਰ ਨੂੰ ਦਿਖਾਓ, ਉਹਦਾ ਇਲਾਜ ਕਰਾਓ। ਉਹਦਾ ਇਲਾਜ ਇਹ ਤਾਂ ਨਹੀਂ 2 ਪੈਨਸ਼ਨਾਂ ਲਓ। ਤੁਸੀਂ 7 ਵਾਰੀ ਐਮਐਲਏ ਬਣੇ ਤਾਂ 7 ਵਾਰੀ ਪੈਨਸ਼ਨਾਂ ਲੈ ਲੇ। ਤੇ ਜਿਹੜਾ ਬੰਦਾ ਨਵਾਂ ਭਰਤੀ ਹੋ ਰਿਹਾ ਸਮਾਜ 'ਚ, ਹੁਣ ਅੱਗੇ ਹੋਰ ਆਣਗੇ, ਉਹਨਾਂ ਲਈ ਪੈਨਸ਼ਨ ਕਿਉਂ ਨਹੀਂ ਜ਼ਰੂਰੀ? ਜੇ ਉਹਨਾਂ ਨੂੰ ਨਹੀਂ ਜ਼ਰੂਰੀ ਤੁਸੀਂ ਵੀ ਛੱਡੋ। ਇਸੇ ਤਰ੍ਹਾਂ ਤੁਸੀਂ ਕਹਿੰਦੇ ਆ ਸਾਨੂੰ ਭੱਤੇ ਵੀ ਚਾਹੀਦੇ ਨੇ, ਸਾਨੂੰ ਕਾਰਾਂ ਵੀ ਚਾਹੀਦੀਆਂ, ਬੰਗਲੇ ਵੀ ਚਾਹੀਦੇ, ਨੌਕਰ ਚਾਕਰ ਵੀ ਚਾਹੀਦਾ ਵਾ। ਤੇ ਸਾਡੇ ਜਿਹੜੇ ਸਮਾਜ ਦੇ ਵਿੱਚੋਂ ਜਿਨ੍ਹਾਂ ਨੇ ਤੁਹਾਨੂੰ ਵੋਟਾਂ ਪਾਈਆਂ ਤੇ ਜਦੋਂ ਉਹ ਸਰਕਾਰੀ ਨੌਕਰ ਬਣ ਕੇ ਆਉਣ, ਸਰਕਾਰੀ ਸੇਵਕ ਬਣ ਕੇ ਆਉਣ, ਟੈਸਟ ਦੇਣ ਤੋਂ ਬਾਅਦ, ਕੰਪੀਟੀਸ਼ਨ ਲੜਨ ਤੋਂ ਬਾਅਦ, ਤੇ ਉਹਨਾਂ ਨੂੰ ਤੁਸੀਂ ਮਾਤਰ 5 ਤੋਂ 10,000 ਰੁਪਏ ਦਿਓ 3 ਸਾਲ ਲਈ। ਕੀ ਉਹ ਬੰਧੂਆ ਮਜ਼ਦੂਰ ਨੇ? ਕੀ ਉਹ ਗੁਲਾਮ ਨੇ? ਕੀ ਅਸੀਂ ਆਜ਼ਾਦ ਦੇਸ਼ ਦੇ ਵਾਸੀ ਨਹੀਂ ਗਾ? ਤੁਹਾਨੂੰ ਸਭ ਕੁਝ ਚਾਹੀਦਾ, ਪਰ ਜਿਨ੍ਹਾਂ ਨੇ ਤੁਹਾਨੂੰ ਵੋਟਾਂ ਪਈਆਂ ਉਹਨਾਂ ਨੂੰ ਕੁਛ ਨਹੀਂ ਚਾਹੀਦਾ। ਹੁਣ ਕੀ ਮਤਲਬ ਹੋਇਆ? ਅਰਥ ਇਹ ਹੋਇਆ ਕਿ ਜਿਵੇਂ ਮੋਦੀ ਸਰਕਾਰ ਕਿਸਾਨਾਂ ਦਾ ਸ਼ੋਸ਼ਣ ਕਰ ਰਹੀ ਆ, ਉੱਥੇ ਮਿੱਟੀ ਦੀ ਲੜਾਈ ਆ, ਇੱਥੇ ਸਮਾਜ ਦੀ ਲੜਾਈ ਆ, ਔਲਾਦ ਦੀ ਲੜਾਈ ਆ। ਜੇ ਮਿੱਟੀ ਜਾਂਦੀ ਆ, ਖੇਤ ਜਾਂਦੇ ਨੇ ਤੇ ਸਾਡਾ ਸਮਾਜ ਖਤਮ ਹੋ ਜਾਂਦਾ। ਤੇ ਜੇ ਔਲਾਦ ਜਾਂਦੀ ਆ, ਔਲਾਦ ਨੂੰ ਨੌਕਰੀ। ਹੁਣ ਤੁਹਾਨੂੰ ਮੈਂ ਗੱਲ ਕੀਤੀ ਵੀ ਕੱਲ ਸੈਕਟਰੀਏਟ 'ਚ ਕਿਉਂ ਰੈਲੀ ਹੋਈ? ਕਿਉਂਕਿ ਉੱਥੇ ਰੀਸਟਰਕਚਰਿੰਗ ਦਾ ਮੁੱਦਾ ਸੀ। ਤੇ ਦੂਜਾ ਸੈਕਟਰੀਏਟ ਤੇ ਫਾਈਨੈਂਸ਼ੀਅਲ ਸੈਕਟਰੀਏਟ ਜਿਹੜਾ FC ਸੈਕਟਰੀਏਟ ਆ ਉਹਨੂੰ ਮਰਜ ਕਰ ਰਿਹਾ। ਮਰਜ ਕਰਕੇ ਕੀ ਹੋਊਗਾ? ਪੋਸਟਾਂ ਖਤਮ ਹੋਣਗੀਆਂ। ਰੀਸਟਰਕਚਰਿੰਗ ਕਰਕੇ ਕੀ ਕਰ ਰਿਹਾ? ਹਜ਼ਾਰਾਂ ਹੀ ਪੋਸਟਾਂ ਕਰਤੀਆਂ, ਲੱਖ ਪੋਸਟ ਐਕਸਟਰਾ ਪਈ ਹੋਈ ਸੀ, ਉਹਦੇ 'ਚੋਂ 50,000 ਅਬੋਲਿਸ਼ ਕਰ ਰਿਹਾ। ਰੀਸਟਰਕਚਰਿੰਗ ਦਾ ਅਸੀਂ ਮਤਲਬ ਇਹ ਸਮਝ ਲਈਏ ਬਈ ਬਹਾਨਾ ਲੱਭ ਰਹੇ ਨੇ ਵੀ ਮੁਲਾਜ਼ਮਾਂ ਨੂੰ ਕੱਢਿਆ ਕਿਵੇਂ ਜਾਵੇ? ਨਹੀਂ, ਇਹਨੂੰ ਹੋਰ ਇਲੈਬੋਰੇਟ ਕਰੋ ਕਿ ਨਵੇਂ ਮੁਲਾਜ਼ਮਾਂ ਨੂੰ ਸਰਕਾਰੀ ਨੌਕਰੀ ਆਉਣ 'ਚ ਕਿਵੇਂ ਰੋਕਿਆ ਜਾਵੇ। ਕਿਉਂਕਿ ਪਹਿਲੇ ਤਾਂ ਹੈ ਹੀ ਆ। ਹੁਣ ਜਦੋਂ ਕਹਿ ਰਿਹਾ ਘਰ ਘਰ ਰੁਜ਼ਗਾਰ, ਪੰਜਾਬ ਦੇ ਵਿੱਚ ਤੁਸੀਂ ਵੀ ਨੌਜਵਾਨ ਹੋ,
ਜੇ ਤੁਹਾਨੂੰ ਕੋਈ 50-60 ਹਜ਼ਾਰ ਦੀ ਨੌਕਰੀ ਮਿਲੇ ਤਾਂ ਸ਼ਾਇਦ ਤੁਸੀਂ ਵੀ ਪ੍ਰੈਫਰੈਂਸ ਦਿਓਗੇ ਕਿ ਮੈਂ ਨੌਕਰੀ ਲਵਾਂ। ਕਿਹਦੀ? ਸਰਕਾਰੀ। ਪ੍ਰਾਈਵੇਟ ਜੇ ਦੇਖਿਆ ਜਾਵੇ ਸਾਡੇ ਇਹੋ ਜਿਹੇ ਵੱਡੇ ਉਦਯੋਗ ਹੈ ਨਹੀਂ ਕਿ ਉਹਦੇ ਵਿੱਚ ਕੋਈ ਜਿਹੜੀ ਆ ਹੈਂਡਸਮ ਸੈਲਰੀ ਲੈ ਸਕੇ। ਸੋ ਸਰਕਾਰ ਨੌਕਰੀ ਦਾ ਮਤਲਬ ਸਰਕਾਰੀ ਨੌਕਰੀ। ਹੁਣ ਜਦੋਂ ਤੁਸੀਂ ਕਹਿੰਦੇ ਘਰ ਘਰ ਰੁਜ਼ਗਾਰ, ਸਰਕਾਰੀ ਨੌਕਰੀ ਤੁਸੀਂ ਜਿਹੜੀ ਰੀਸਟਰਕਚਰਿੰਗ ਕਰਕੇ ਪੋਸਟਾਂ 50,000 ਖਤਮ ਕਰਤੀ ਆ, ਅੱਗੇ ਫਿਰ ਚੱਲ ਰਹੇ ਹੋ ਤੇ ਜਦੋਂ ਤੁਸੀਂ ਪੋਸਟਾਂ ਖਤਮ ਕਰਤੀ ਆ, ਮੈਂ ਪੁੱਛਣਾ ਚਾਹੁੰਦਾ ਕੈਪਟਨ ਸਰਕਾਰ ਨੂੰ ਤੁਹਾਡੇ ਥਰੂ ਵੀ ਦੱਸੋ ਤੁਸੀਂ ਬੰਦਿਆਂ ਨੂੰ ਇੰਪਲੋਇਮੈਂਟ ਕਿੱਥੇ ਦੇਵੋਗੇ? ਇੰਪਲੋਇਮੈਂਟ ਦਫ਼ਤਰ ਜਾਓਗੇ ਤੇ ਇੰਪਲੋਇਮੈਂਟ ਦਾ ਮਤਲਬ ਈ ਰਿਕਸ਼ਾ ਦੇ ਲਈ ਜਿਹੜਾ ਲੋਨ ਦੇ ਰਹੇ ਨੇ ਜਾਂ ਬਾਹਰ ਪ੍ਰਾਈਵੇਟ ਆਊਟਸੋਰਸ ਤੇ 5-5 ਹਜ਼ਾਰ ਤੇ ਬੰਦੇ ਲੱਗ ਰਹੇ ਨੇ, ਉਹ ਵੀ ਕੁਛ ਕੁ ਚੁਣਿੰਦਾ, ਉਹਨੂੰ ਇਹ ਕਹਿ ਰਹੇ ਨੇ ਘਰ ਘਰ ਰੁਜ਼ਗਾਰ। ਨਹੀਂ ਹੋ ਸਕਦਾ ਕਿ ਅਗਲੇ ਵਾਰ ਮੈਨੀਫੈਸਟੋ ਵਿੱਚ ਜਿਹੜੀ ਲਾਈਨ ਹੈਗੀ ਹੈ 2017 ਜਿਵੇਂ ਸੀ ਘਰ ਘਰ ਰੁਜ਼ਗਾਰ, ਉਹ ਬਦਲ ਕੇ ਲਿਖਣ ਘਰ ਘਰ ਤੋਂ ਖੋਵਾਂਗੇ ਰੁਜ਼ਗਾਰ। ਬਿਲਕੁਲ ਸਹੀ ਗੱਲ ਆ, ਚਾਹੀਦਾ ਇਹੀ ਹੈ, ਲੋਕਾਂ ਨੂੰ ਸਮਝ ਲੈਣਾ ਚਾਹੀਦਾ ਜੋ ਗੱਲ ਤੁਸੀਂ ਕਹੀ ਆ ਉਹੀ ਸਹੀ ਆ। ਘਰ ਘਰ ਬੇਰੁਜ਼ਗਾਰ ਇਹ ਹੋਣਾ ਚਾਹੀਦਾ, ਨਾ ਕਿ ਘਰ ਘਰ ਰੁਜ਼ਗਾਰ। ਰੁਜ਼ਗਾਰ ਖੋਇਆ ਜਾ ਰਿਹਾ। ਮੈਂ ਫਿਰ ਦਿੱਲੀ ਵਾਲੀ ਗੱਲ ਤੇ ਜਾਣਾ ਕਿ ਜਿਵੇਂ ਮੋਦੀ ਸਰਕਾਰ ਨੇ ਕੀਤਾ ਉਵੇਂ ਇਹ ਕਰ ਰਹੇ ਨੇ। ਫਰਕ ਇੰਨਾ ਕਿ ਉਹ ਅੰਦੋਲਨ ਇੰਨਾ ਭਖ ਗਿਆ, ਇਹ ਕਿੱਲਾ ਲਾ ਰਹੇ ਨੇ 12-12 ਫੋਲਡ ਦਾ ਜਿਹੜੇ ਆ ਉਹ ਅੱਗੇ ਰੋਕਾ ਲਾ ਰਹੇ ਨੇ, ਕੰਧਾਂ ਕਰ ਰਹੇ ਨੇ, ਜਦ ਕਿ ਜਿੱਥੇ ਲੋੜ ਆ, ਜਿੱਥੇ ਸਾਡੇ ਆਪਣੇ ਲੋਕ ਸ਼ਹੀਦ ਹੋ ਰਹੇ ਨੇ, ਉੱਥੇ ਉਹਨਾਂ ਲਈ ਕੋਈ ਇੱਕ ਟੁੱਟੀ ਜੀ ਇੱਟ ਵੀ ਨਹੀਂ ਲਾਈ। ਤੇ ਆਪਣੇ ਲੋਕਾਂ ਨੂੰ ਕਰਨ ਦੇ ਲਈ ਮੈਂ ਗੱਲ ਕਰਨਾ ਨਹੀਂ ਚਾਹੁੰਦਾ। ਇਹ ਕਹਿੰਦੇ ਆ ਵੀ ਇਹ ਖਾਲਿਸਤਾਨੀ ਆ, ਉਹ ਪਤੰਦਰੋਂ ਖਾਲਿਸਤਾਨ ਤੇ ਤੁਸੀਂ ਬਣਾਈ ਜਾਂਦੇ ਹੋ। ਤੁਸੀਂ ਰੋਕਾ ਲਾ ਕੇ ਇੱਕ ਬੰਨੇ ਅਲੱਗ ਕਰਤਾ, ਦੂਜੇ ਬੰਨੇ ਤੁਸੀਂ ਅਲੱਗ ਕਰਤਾ। ਕੀ ਇਹ ਦੋ ਦੇਸ਼ ਨੇ? ਜਿਹੜੀਆਂ ਚੀਜ਼ਾਂ ਅਸੀਂ ਕਹਿ ਰਹੇ ਸਾਨੂੰ ਨਹੀਂ ਲੋੜ, ਤੁਸੀਂ ਉਹ ਦੇ ਰਹੇ। ਇਹੀ ਅੱਜ ਦੀ ਸਭ ਤੋਂ ਵੱਡੀ ਜਿਹੜੀ ਮਾੜੀ ਗੱਲ ਆ ਪੋਲੀਟੀਕਲ ਲੋਕਾਂ ਦੇ ਲਈ, ਉਹ ਜ਼ਬਰਦਸਤੀ ਸਾਡੇ ਉੱਤੇ ਚੀਜ਼ਾਂ ਥੋਪ ਰਹੇ ਨੇ। ਇਵੇਂ ਹੀ ਜਦੋਂ ਅੰਦੋਲਨ ਪੰਜਾਬ 'ਚ ਹੋਇਆ ਤੇ ਅੱਜ ਵੀ ਮੈਂ ਆਪਣੀ ਸਪੀਚ ਦੇ ਵਿੱਚ ਕਿਹਾ ਕਿ ਜੇ ਇਹੀ ਚੀਜ਼ ਤੁਸੀਂ ਇੱਥੇ ਕੀਤੀ, ਜੋ ਮੋਦੀ ਨੇ ਕੀਤਾ ਉਹੀ ਕੈਪਟਨ ਨੇ ਕਰਨਾ, ਇਹ 'ਚ ਕੋਈ ਘਾਟ ਨਹੀਂ ਹੋਣੀ। ਜੇ ਉਹਨਾਂ ਨੇ ਇੰਨਾ ਕਰਕੇ ਕੁੱਟਿਆ ਮਾਰਿਆ ਤੇ ਕੀ ਤੁਸੀਂ ਸੋਚੋ ਜਿਹੜੇ ਰੁਜ਼ਗਾਰ ਲੈਣ ਲਈ ਪਟਿਆਲੇ ਧਰਨੇ ਲੱਗ ਰਹੇ ਆ, ਕੀ ਉਹਨਾਂ ਦੇ ਡਾਂਗਾ ਨਹੀਂ ਚੱਲ ਰਹੀਆਂ? ਕੀ ਉਹਨਾਂ ਦੇ ਪਾਣੀ ਦੀ ਬੁਛਾੜਾਂ ਨਹੀਂ ਚੱਲ ਰਹੀਆਂ? ਕਮੀ ਕਿਹਦੀ ਰਹਿ ਗਈ? ਉਹ ਕਿੱਲਾਂ ਦੀ ਰਹਿ ਗਈ, ਬੈਰੀਕੇਡ ਉੱਥੇ ਨਹੀਂ ਲੱਗੇ। ਤੇ ਹੁਣ ਜਿਹੜੀ ਗੱਲ ਆ, ਹੁਣ ਅਗਲਾ ਜੇ ਸਾਡਾ ਅੰਦੋਲਨ ਮੱਗ ਗਿਆ ਉਹੀ ਹੋਊਗਾ ਜੋ ਦਿੱਲੀ 'ਚ ਹੋਊਗਾ, ਔਰ ਇਹਨੂੰ ਭੱਜਣ ਨਹੀਂ ਦੇਵਾਂਗੇ, ਔਰ MC ਦੀਆਂ ਇਲੈਕਸ਼ਨਾਂ ਦੇ ਵਿੱਚ ਚੰਗੀ ਤਰ੍ਹਾਂ ਹਰਾਵਾਂਗੇ। ਖੇਤੀਬਾੜੀ ਦੇ ਜਿਹੜੇ ਕਾਲੇ ਕਾਨੂੰਨ ਨੇ ਉਹਨਾਂ ਦੇ ਵਿਰੁੱਧ ਤਾਂ ਪੂਰੇ ਦੇਸ਼ ਦੇ ਵਿੱਚ ਰੌਲਾ ਪੈ ਗਿਆ, ਸਾਰੇ ਹੁਣ ਉੱਠੇ ਨੇ, ਦਿੱਲੀ ਦੀਆਂ ਬਰੂਹਾਂ ਤੇ ਬੈਠੇ ਨੇ। ਪਰ ਮੇਰੇ ਖਿਆਲ 'ਚ ਕੁਝ ਕਾਲੇ ਕਾਨੂੰਨ ਤਾਂ ਪਹਿਲਾਂ ਹੀ ਪੰਜਾਬ ਦੇ ਵਿੱਚ ਲਾਗੂ ਨੇ, ਜਿਨ੍ਹਾਂ ਬਾਰੇ ਤੁਸੀਂ ਰੌਲਾ ਸਮੇਂ-ਸਮੇਂ ਸਿਰ ਪਾਇਆ ਹੈ, ਪਰ ਕਿਸੇ ਨੇ ਲਾਮਬੰਦ ਹੋ ਕੇ ਆਵਾਜ਼ ਬੁਲੰਦ ਨਹੀਂ ਕੀਤੀ। ਮੇਰਾ ਖਿਆਲ ਤੁਸੀਂ ਸਾਰਾ ਸਮਝ ਗਏ ਹੋਵੋਗੇ। ਬਿਲਕੁਲ ਸਹੀ ਗੱਲ ਹੈ ਜੀ। ਮੈਂ ਇਹੀ ਕਹਿ ਰਿਹਾ ਵੀ ਕਿਸਾਨਾਂ ਦਾ ਜਿਹੜਾ ਇਸ ਸਮੇਂ ਅੰਦੋਲਨ ਉਹ ਸਮਾਜਿਕ ਬਣ ਚੁੱਕਿਆ ਤੇ ਇਹੀ ਸਮਾਜ ਨੂੰ ਦੱਸਣਾ ਪਊਗਾ ਕਿ ਮੁਲਾਜ਼ਮਾਂ ਦਾ ਜਿਹੜਾ ਅੰਦੋਲਨ ਆ ਉਹ ਵੀ ਸਮਾਜਿਕ ਆ। ਜਿਵੇਂ ਤੁਸੀਂ ਗੱਲ ਕੀਤੀ ਕਿ ਇਹ ਅਮਰਿੰਦਰ ਸਿੰਘ ਐਂਡ ਗਵਰਨਮੈਂਟ ਕਹਿ ਰਹੀ ਆ ਕਿ ਇਹ ਕਾਲੇ ਕਾਨੂੰਨ ਅਸੀਂ ਲਾਗੂ ਨਹੀਂ ਕਰਨਾ, ਚਾਹੇ ਉਹ ਪਹਿਲਾਂ ਹੀ ਕਰ ਚੁੱਕੇ ਆ ਜਾਂ ਇਹਨਾਂ ਦੇ ਹੱਕ 'ਚ ਬੋਲ ਚੁੱਕੇ ਆ, ਪਰ ਉੱਥੇ ਹੀ ਸੈਂਟਰ ਦੇ ਬਾਕੀ ਕਾਨੂੰਨ ਲਾਗੂ ਕਰ ਬੈਠੇ ਆ। ਹੁਣ ਪੁਰਾਣੀ ਪੈਨਸ਼ਨ ਸਕੀਮ ਦਾ ਰੂਲ ਸੈਂਟਰ ਦਾ ਸੀਗਾ, ਇਹਨਾਂ ਨੇ ਲਾਗੂ ਕੀਤਾ। ਕੀ ਉਹ ਕਾਲਾ ਕਾਨੂੰਨ ਨਹੀਂ? ਬਿਲਕੁਲ ਕਾਲਾ ਕਾਨੂੰਨ ਹੈ। ਕਾਲਾ ਕਾਨੂੰਨ ਕਿਉਂ ਨਹੀਂ ਕਹਿ ਰਹੇ? ਕਿਉਂਕਿ ਆਪ 7 ਪੈਨਸ਼ਨਾਂ ਲੈ ਰਹੇ, ਕਿਉਂਕਿ ਆਪਣੇ ਤੇ ਲਾਗੂ ਨਹੀਂ ਹੋਇਆ ਇਹਨਾਂ ਤੇ। ਹਾਂ, ਜੇ ਆਪਣੇ ਤੇ ਹੁੰਦਾ ਤਾਂ ਉਹ ਕਾਲਾ ਕਾਨੂੰਨ ਹੁੰਦਾ। ਹੁਣ ਸਾਡੇ ਤੇ ਲਾਗੂ ਹੋ ਰਿਹਾ ਤੇ ਉਹ ਚਿੱਟਾ ਕਾਨੂੰਨ ਬਣ ਗਿਆ। ਸੋ ਇਵੇਂ ਹੀ ਹੋਰ ਜਿਹੜੇ ਹੈਗੇ ਆ ਕਾਨੂੰਨ ਹੈਗੇ ਇਹਨਾਂ ਦਾ, ਕਿਹੜਾ ਸੀ ਇੱਕ ਸੈਂਟਰਲ ਪੇ ਕਮਿਸ਼ਨ। ਇੱਕ ਬੰਨੇ ਕਹਿ ਰਿਹਾ ਕਿ ਪੰਜਾਬ ਤਨਖਾਹਾਂ ਵੱਧ ਲੈ ਰਿਹਾ, ਇਹਨਾਂ ਨਾਲ ਕੰਪੇਅਰ ਕਰੋ ਕਿ ਜਿੰਨੀਆਂ ਵੀ ਨੇੜਲੀਆਂ ਰਾਜ ਆ, ਸਟੇਟ ਆ, ਉਹਨਾਂ ਤੋਂ ਸਭ ਤੋਂ ਵੱਧ ਸਾਡੇ ਮੰਤਰੀ ਤੇ ਸਾਡੇ MLA ਤਨਖਾਹ ਲੈ ਰਹੇ ਆ। ਉਦੋਂ ਕਿਉਂ ਇਹਨਾਂ ਨੂੰ ਵੱਧ ਦੀ ਲੋੜ ਪਈ? ਇਹ ਸਭ ਤੋਂ ਵੱਧ ਪੈਨਸ਼ਨਾਂ ਲੈ ਰਹੇ ਆ, ਇਹਨਾਂ ਨੂੰ ਇੰਨੀਆਂ ਪੈਨਸ਼ਨ, ਜਦ ਕਿ ਹਰਿਆਣੇ ਨੇ ਕਹਿਤਾ ਵੀ ਅਸੀਂ ਪੈਨਸ਼ਨਾਂ ਨਹੀਂ ਲਵਾਂਗੇ। ਇਹ ਕਿਉਂ ਲੈ ਰਿਹਾ? ਇਹ ਕਿਉਂ ਨਹੀਂ ਉਹਨੂੰ ਫੋਲੋ ਕੀਤਾ? ਉਹਨੂੰ ਮਨਪ੍ਰੀਤ ਬਾਦਲ ਨੂੰ ਕੀ ਹੋ ਜਾਂਦਾ, ਕੀ ਸੁੰਘ ਜਾਂਦਾ ਕਿ ਇਹਨਾਂ ਨੂੰ ਉਹਨੂੰ ਇਹ ਲੋੜ ਨਹੀਂ ਪੈਂਦੀ, ਉਹ ਵੀ ਸੈਂਟਰ ਦਾ ਲਾਗੂ ਕਰਤਾ। ਸੋ ਕਹਿਣ ਤੋਂ ਮਤਲਬ ਆ ਕਿ ਜਿਸ ਦੀ ਲਾਠੀ ਉਸ ਦੀ ਮੱਝ। ਜਿੰਨੀ ਦੇਰ ਤੱਕ ਸਮਾਜ ਦੇ ਵਿੱਚ ਇਹ ਚੀਜ਼ ਨੂੰ ਲੈ ਕੇ ਨਾ ਜਾਇਆ ਗਿਆ ਕਿ ਤੁਹਾਡੇ ਬੱਚਿਆਂ ਦਾ ਸ਼ੋਸ਼ਣ ਹੋ ਰਿਹਾ, ਆਉਣ ਵਾਲੇ ਸਮਾਜ ਦਾ ਜਿਹੜਾ ਸ਼ੋਸ਼ਣ ਹੋਊਗਾ, ਇਹਨਾਂ ਦੇ ਵਿਰੁੱਧ ਖੜੀਏ, ਹੋ ਸਕਦਾ ਅੰਦਰ ਖਾਤੇ ਆ ਇੱਕ ਹੋ ਜਾਣ, ਸਮਾਜ ਬਦਲਣਾ। ਔਰ ਮੈਂ ਅੱਜ ਵੀ ਗੱਲ ਕਹੀ, ਸਮਾਜ ਕਿੱਦਣ ਬਦਲਿਆ ਜਾਣਾ? ਸਮਾਜ ਦੀਆਂ ਜਿਹੜੀਆਂ ਸੰਸਥਾਵਾਂ ਜਿਨ੍ਹਾਂ ਦੇ ਕੋਲ ਤਾਕਤ ਆ, ਜਿੱਥੋਂ ਤਾਕਤ ਲੈ ਕੇ ਇਹ ਪੋਲੀਟੀਕਲ ਲੋਕ ਸਾਡਾ ਸ਼ੋਸ਼ਣ ਕਰਦੇ ਨੇ, ਉਹ ਤਾਕਤ ਉਸ ਜਗ੍ਹਾ ਤੋਂ, ਆਰਗੇਨਾਈਜੇਸ਼ਨ ਤੋਂ ਲੈਣੀ ਪਊਗੀ ਜਾਂ ਉੱਥੇ ਜਾਣਾ ਪਊ। ਹੁਣ ਕਿਹੜੀ ਆ? ਵਿਧਾਨ ਪਾਲਿਕਾ ਤੇ ਕਾਰਜਪਾਲਿਕਾ। ਵਿਧਾਨ ਪਾਲਿਕਾ ਜਿੱਥੇ ਵਿਧਾਨ ਬਣਾਇਆ ਜਾਂਦਾ, ਜਿਹਨੂੰ ਆਪਾਂ ਵਿਧਾਨ ਸਭਾ ਕਹਿੰਦੇ,
ਕਾਰਜਪਾਲਿਕਾ ਸੈਕਟਰੀਏਟ ਤੋਂ ਦੇ ਨੀਚੇ ਵਾਲੀਆਂ ਸੰਸਥਾਵਾਂ, ਡਾਇਰੈਕਟੋਰੇਟ ਤੇ ਫੀਲਡ ਦੇ ਦਫ਼ਤਰ ਜਿੱਥੇ ਉਹਨਾਂ ਨੂੰ ਲਾਗੂ ਕੀਤਾ ਜਾਂਦਾ, ਜਾਂ ਪੁਲਿਸ ਫੋਰਸ, ਜਿੰਨੀ ਦੇਰ ਤੱਕ ਲਾਈਕ ਮਾਈਂਡਡ ਬੰਦੇ ਇਹਨਾਂ ਸੰਸਥਾਵਾਂ ਦੇ ਉੱਤੇ ਕਾਬਜ਼ ਨਹੀਂ ਹੋ ਜਾਂਦੇ ਉਨੀ ਦੇਰ ਤੱਕ ਦੱਸੋ ਸਮਾਜ ਕਿਵੇਂ ਬਦਲੂ। ਕਿਉਂਕਿ ਅੱਜ ਤੁਸੀਂ ਮੋਹਾਲੀ 'ਚ ਜਾਓ, ਆਪਾਂ ਇੱਥੇ ਚੰਡੀਗੜ੍ਹ ਮੋਹਾਲੀ ਨੂੰ ਬਿਲੋਂਗ ਕਰਦੇ, ਸਭ ਤੋਂ ਵੱਧ ਬੋਰਡ ਐਡਵਰਟਾਈਜ਼ਮੈਂਟ ਇਹਨਾਂ ਪਾਰਟੀਆਂ ਦੀ, ਇਹਨਾਂ ਕੋਲ ਪੈਸੇ ਆ। ਸਾਡੇ ਜਿਹੜੇ ਰਿਟਾਇਰੀ ਸਾਥੀ ਉਹ ਵੀ ਖੜੇ, ਉਹਨਾਂ ਵਿਚਾਰੇ ਕੋਲ ਪੈਸੇ ਹੀ ਨਹੀਂ ਹੈਗੇ, ਉਹ ਆਪਣਾ ਪ੍ਰਚਾਰ ਕਰ ਰਹੇ ਆ, ਉਹ ਨਸ਼ੇ ਵੰਡ ਰਹੇ ਆ, ਉਹ ਹੋਟਲਾਂ ਦੇ ਵਿੱਚ ਪਾਰਟੀਆਂ ਕਰ ਰਹੇ ਨੇ, ਤੇ ਸਾਡੇ ਲੋਕ ਵਿਚਾਰਿਆਂ ਨੂੰ ਅਜੇ ਇੰਨੀ ਸੋਚ ਅੱਪ ਨਹੀਂ ਗਈ ਕਿ ਅਸੀਂ ਇਹ ਚੀਜ਼ਾਂ ਨੂੰ ਸਮਝੀਏ, ਇਹਨਾਂ ਦੇ ਵਿਰੁੱਧ ਵੋਟ ਪਾਈਏ। ਉਹ ਕਹਿੰਦੇ ਮੇਰਾ ਗੁਆਂਢੀ ਆ ਜੀ, ਮੇਰਾ ਦੋਸਤ ਆ, ਮੇਰਾ ਹਮਪਿਆਲਾ, ਮੇਰਾ ਭਰਾ ਵਾ, ਮੈਨੂੰ ਵੋਟ ਕਿਉਂ ਨਾ ਪਾਵਾਂ। ਉਹ ਨਹੀਂ ਦੇਖਦੇ ਵੀ ਇਹ ਕਾਂਗਰਸੀ ਆ, ਅਕਾਲੀ ਆ, ਇਹਨਾਂ ਨੇ ਸਾਡਾ ਸ਼ੋਸ਼ਣ ਕੀਤਾ। ਜਿੱਦਣ ਅਸੀਂ ਇਹ ਸਮਝਣ ਲੱਗ ਗਏ ਇਹ ਸਾਡਾ ਭਰਾ ਨਹੀਂਗਾ, ਇਹ ਸਾਡਾ ਗੁਆਂਢੀ ਨਹੀਂਗਾ, ਇਹ ਉਹ ਧਨਾੜਾ ਲੋਕਾਂ ਦੇ ਚਮਚੇ ਨੇ ਜਿਨ੍ਹਾਂ ਦੇ ਥਰੂ ਆ ਸਿਸਟਮ ਨੂੰ ਕੰਟਰੋਲ 'ਚ ਲਿਆ ਹੋਇਆ। ਜਿੱਦਣ ਇਹ ਸਮਝ ਆ ਗਈ ਉਦਣ ਸਮਾਜ ਬਦਲ ਜੂ, ਉਦਣ ਹੱਕ ਮਿਲਣ ਲੱਗ ਜਾਣਗੇ, ਉਦਣ ਆ ਕਾਲੇ ਕਾਨੂੰਨ ਬਣਨੇ ਹੀ ਬੰਦ ਹੋ ਜਾਣਗੇ, ਵਾਪਸ ਕਰਾਉਣ ਦੀ ਗੱਲ ਹੀ ਖਤਮ। ਬਿਲਕੁਲ, ਉਸ ਦਿਨ ਕਾਲੇ ਕਾਨੂੰਨ ਬਣਨੇ ਹੀ ਬੰਦ ਹੋ ਜਾਣਗੇ। ਸਾਡੇ ਨਾਲ ਗੱਲਬਾਤ ਕਰਨ ਲਈ ਬਹੁਤ ਬਹੁਤ ਧੰਨਵਾਦ। ਸੋਚ ਬਦਲਣ ਦੀ ਲੋੜ ਹੈ, ਸਮਾਜ ਆਪਣੇ ਆਪ ਬਦਲੇਗਾ। ਲੇਕਿਨ ਵੱਡੀ ਗੱਲ ਇਹ ਹੈ ਕਿ ਇਹਨਾਂ ਲੋਕਾਂ ਨੂੰ ਅਕਲ ਕਦ ਆਵੇਗੀ ਕਿ ਜਿਹੜੇ ਲੋਕ ਤੁਹਾਨੂੰ ਚੁਣ ਕੇ ਕੁਰਸੀਆਂ 'ਤੇ ਬਿਠਾਉਂਦੇ ਨੇ, ਤੁਹਾਨੂੰ ਵਿਧਾਨ ਸਭਾ ਭੇਜਦੇ ਨੇ, ਤੁਸੀਂ ਉਹਨਾਂ ਦਾ ਹੀ ਮੁੱਲ ਕੌਡੀ ਪਾਉਂਦੇ ਹੋ। ਉਹਨਾਂ ਦੀ ਗੱਲ ਮੰਨਣੀ ਸੁਣਨੀ ਤਾਂ ਦੂਰ, ਉਹਨਾਂ ਦੇ ਨਾਲ ਸਹੀ ਤਰੀਕੇ ਨਾਲ ਗੱਲ ਵੀ ਨਹੀਂ ਕਰਦੇ। ਮੇਰਾ ਕਹਿਣ ਦਾ ਭਾਵ ਮਾਣਯੋਗ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਜੀ ਜੇ ਉਹ ਸੁਣ ਰਹੇ ਹੋਣ ਤਾਂ ਉਹਨਾਂ ਅੱਗੇ ਹੱਥ ਜੋੜ ਕੇ ਬੇਨਤੀ ਹੈ ਕਿ ਘੱਟੋ ਘੱਟ ਮਾਵਾਂ ਭੈਣਾਂ ਨਾਲ ਤਾਂ ਤੁਸੀਂ ਸੱਭਿਅਕ ਤਰੀਕੇ ਦੇ ਨਾਲ ਗੱਲ ਕਰਿਆ ਕਰੋ। ਬਾਕੀ ਇਹ ਮੁਲਾਜ਼ਮਾਂ ਦੀ ਗੱਲ, ਜਦੋਂ ਗੱਲ ਮੁਲਾਜ਼ਮਾਂ ਦੀ ਆਵੇ ਨਾ, ਇਹ ਵਿਚਾਰੇ ਪਤਾ ਨਹੀਂ ਕਿੰਨੇ ਕੁ ਸਾਲਾਂ ਤੋਂ ਆਪਣਾ ਰੋਣਾ ਪਿੱਟ ਰਹੇ ਨੇ ਆਪਣੀਆਂ ਮੰਗਾਂ ਨੂੰ ਲੈ ਕੇ, ਪਰ ਜੋ ਹਾਲ ਕੇਂਦਰ ਦੀ ਸਰਕਾਰ ਦਾ ਹੈ ਉਹੀ ਹਾਲ ਸੂਬਾ ਸਰਕਾਰ ਦਾ ਹੈ। ਨਾ ਕੇਂਦਰ ਦੀ ਸੁਣਦੀ ਹੈ ਤੇ ਨਾ ਸੂਬਾ ਸਰਕਾਰ ਸੁਣਦੀ ਹੈ। ਹੁਣ ਲੋਕ ਜ਼ਰੂਰ ਜਾਗਣ, ਜਿਵੇਂ ਹੁਣ ਦਿੱਲੀ ਦੀਆਂ ਬਰੂਹਾਂ ਤੇ ਕਿਸਾਨ ਬੈਠੇ ਨੇ, ਪੰਜਾਬ ਦੇ ਵਿੱਚ ਵੀ ਲੋਕਾਂ ਨੂੰ ਜਾਗਣਾ ਪਏਗਾ ਤੇ ਅਜਿਹੇ ਲੋਕਾਂ ਤੋਂ ਜੋ ਰਿਵਾਇਤੀ ਪਾਰਟੀਆਂ ਨੇ ਉਹਨਾਂ ਤੋਂ, ਜਾਂ ਜਿਹੜੇ ਹੁਣ ਨਵੇਂ ਚਾਪਲੂਸ ਆ ਰਹੇ ਨੇ ਉਹਨਾਂ ਤੋਂ ਬਚ ਕੇ ਇੱਕ ਆਪ ਦਾ ਆਪਣਾ ਨਵਾਂ ਧਿਰ, ਜਿਵੇਂ ਜੋ ਮੁਲਾਜ਼ਮ ਨੇ ਉਹ ਵੀ ਆਪਣਾ ਸਿਆਸੀ ਧਿਰ ਜੋ ਰਿਟਾਇਰੀ ਨੇ ਉਹ ਬਣਾ ਰਹੇ ਨੇ, ਅਜਿਹੇ ਲੋਕਾਂ ਨੂੰ, ਪੜ੍ਹੇ ਲਿਖੇ ਲੋਕਾਂ ਨੂੰ ਅੱਗੇ ਲਿਆਉਣ ਦੀ ਜ਼ਰੂਰਤ ਹੈ। ਕੈਮਰਾ ਪਰਸਨ ਮਨੋਜ ਦੇ ਨਾਲ ਠਾਕੁਰ ਅਮਨਦੀਪ ਸਿੰਘ, ਦ ਖਬਰਸਾਰ, ਚੰਡੀਗੜ੍ਹ।